दोस्तों ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਇਨਕਲੂਸਿਵ ਐਜੂਕੇਸ਼ਨ 'ਚ। ਅੱਜ ਦਾ ਵੀਡੀਓ ਦਾ ਵਿਸ਼ਾ ਹੈ ਅੰਗਰੇਜ਼ੀ ਬੋਲਣ ਵੇਲੇ ਉਹ 3 ਗਲਤੀਆਂ ਕਦੇ ਵੀ ਨਹੀਂ ਕਰਨੀਆਂ ਚਾਹੀਦੀਆਂ ਜਿਨ੍ਹਾਂ ਕਾਰਨ ਸਾਨੂੰ ਲੋਕਾਂ ਵਿੱਚ ਮਜ਼ਾਕ ਦਾ ਪਾਤਰ ਬਣਨਾ ਚਾਹੀਏ। ਅੱਜ ਇਸ ਦੀ ਪਹਿਲਾ ਭਾਗ ਤੁਹਾਨੂੰ ਪੇਸ਼ ਕਰ ਰਹੇ ਹਾਂ। ਇਸ ਲਈ ਇਸ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰਕੇ ਉਸ ਦਾ ਬੈਲ ਆਈਕਨ ਬਟਨ ਜ਼ਰੂਰ ਦਬੋ ਤਾਂ ਜੋ ਹਰ ਨਵੇਂ ਪਾਠ ਦੀ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਸਭ ਤੋਂ ਪਹਿਲਾ ਵਾਕ ਜਿਹੜਾ ਆਮ ਤੌਰ ਤੇ ਗਲਤ ਉਚਾਰਨ ਕੀਤਾ ਜਾਂਦਾ ਹੈ ਉਹ ਹੈ ਤੁਸੀਂ ਚੰਗੀ ਅੰਗਰੇਜ਼ੀ ਬੋਲ ਲੈਂਦੇ ਹੋ। ਤੁਸੀਂ ਚੰਗੀ ਅੰਗਰੇਜ਼ੀ ਬੋਲ ਲੈਂਦੇ ਹੋ। ਆਪਾਂ ਕੀ ਬੋਲਦੇ ਹਾਂ ਇਸ ਤੇ? ਯੂ ਸਪੀਕ ਇੰਗਲਿਸ਼ ਗੁੱਡ। ਕੀ ਇਹ ਠੀਕ ਹੈ ਬੱਚੋ? ਇਹ ਵਾਕ ਬਿਲਕੁਲ ਹੀ ਆਪਾਂ ਗਲਤ ਉਚਾਰਨ ਕਰ ਰਹੇ ਹਾਂ। ਇਹਦੇ 'ਚ ਆਪਾਂ ਗੁੱਡ ਦੀ ਵਰਤੋਂ ਨਹੀਂ ਕਰਨੀ। ਕਿਸ ਦੀ ਵਰਤੋਂ ਕਰਨੀ ਹੈ? ਯੂ ਸਪੀਕ ਇੰਗਲਿਸ਼ ਵੈਲ। ਤੁਸੀਂ ਚੰਗੀ ਅੰਗਰੇਜ਼ੀ ਬੋਲ ਲੈਂਦੇ ਹੋ। ਅਤੇ ਜਦੋਂ ਅੰਗਰੇਜ਼ੀ ਉਚਾਰਨ ਕਰਨਾ ਹੈ ਤਾਂ ਅਸੀਂ ਬੋਲਾਂਗੇ ਯੂ ਸਪੀਕ ਇੰਗਲਿਸ਼ ਵੈਲ। ਕਾਰਨ ਕੀ ਹੈ? ਕਿਉਂਕਿ ਜਿਹੜਾ ਗੁੱਡ ਹੈ ਉਹ ਐਡਜੈਕਟਿਵ ਹੈ, ਭਾਵ ਉਹ ਇੱਕ ਵਿਸ਼ੇਸ਼ਤਾ ਜਾਂ ਗੁਣ ਦੱਸਦਾ ਹੈ। ਗੁਣ ਜਿਸ ਤਰ੍ਹਾਂ ਜੇ ਅਸੀਂ ਕਹਾਂਗੇ ਕਿ ਇਹ ਮੁੰਡਾ ਬਹੁਤ ਚੰਗਾ ਹੈ ਤਾਂ ਆਪਾਂ ਕਹਾਂਗੇ ਦਿਸ ਬॉय ਇਜ਼ ਵੈਰੀ ਗੁੱਡ। ਉਸੇ ਉਹਦਾ ਗੁਣ ਦੱਸ ਰਿਹਾ, ਮੁੰਡੇ ਦਾ ਗੁਣ ਦੱਸ ਰਿਹਾ, ਉਹਨੂੰ ਕਹਾਂਗੇ ਐਡਜੈਕਟਿਵ। ਉਸੇ ਤਰ੍ਹਾਂ ਜੇ ਆਪਾਂ ਪਰ ਇੱਥੇ ਉਹ ਅੰਗਰੇਜ਼ੀ ਬੋਲ ਰਿਹਾ, ਕਾਰਜ ਕਰ ਰਿਹਾ ਤੇ ਉਦੋਂ ਆਪਾਂ ਵੈਲ ਯੂਜ਼ ਕਰਾਂਗੇ ਕਿਉਂਕਿ ਵੈਲ ਜਿਹੜਾ ਐਡਵਰਬ ਹੁੰਦਾ ਹੈ, ਉਹ ਕੰਮ ਕਰਨ ਦੇ ਤਰੀਕੇ ਨੂੰ ਦੱਸਦਾ ਹੈ ਕਿ ਅਸੀਂ ਕੰਮ ਕਿਸ ਤਰ੍ਹਾਂ ਦਾ ਕਰ ਰਿਹਾ। ਉਹ ਬੰਦਾ ਅੰਗਰੇਜ਼ੀ ਕਿਸ ਤਰ੍ਹਾਂ ਦੀ ਬੋਲ ਰਿਹਾ, ਉਹ ਇੱਕ ਕਾਰਜ ਹੈ ਉਹਦਾ। ਇੱਥੇ ਐਡਵਰਬ ਦੀ ਵਰਤੋਂ ਕਰਨੀ। ਸੋ ਆਪਾਂ ਜੇ ਤੁਸੀਂ ਚੰਗੀ ਅੰਗਰੇਜ਼ੀ ਬੋਲ ਲੈਂਦੇ ਹੋ ਤਾਂ ਕੀ ਵਾਕ ਵਰਤਾਂਗੇ ਉਹਦੇ 'ਚ? ਯੂ ਸਪੀਕ ਇੰਗਲਿਸ਼ ਵੈਲ। ਦੂਜਾ ਵਾਕ ਜਿਸ ਦਾ ਉਚਾਰਨ ਆਮ ਤੌਰ 'ਤੇ ਗਲਤ ਕੀਤਾ ਅੰਗਰੇਜ਼ੀ ਵਿੱਚ, ਮੈਂ ਸਹਿਮਤ ਹਾਂ। ਆਮ ਤੌਰ 'ਤੇ ਜਦੋਂ ਕੋਈ ਵੀ ਸਾਡੇ ਨਾਲ ਕੋਈ ਗੱਲ ਹੋ ਰਹੀ ਹੈ, ਅਸੀਂ ਜੇ ਉਹਨੇ ਸਹਿਮਤੀ ਪ੍ਰਗਟਾਉਂਦੇ ਹਾਂ, ਇਵਨ ਕਿ ਤੁਸੀਂ ਜਦੋਂ YouTube 'ਤੇ ਜਾਂ ਆਪਣੇ ਗੂਗਲ 'ਤੇ ਕੋਈ ਐਗਰੀਮੈਂਟ ਸਾਈਨ ਕਰਦੇ ਹੋ, ਉਹਦੇ ਥੱਲੇ ਆਪਸ਼ਨ ਜਿਹੜੀ ਆਉਂਦੀ ਹੈ ਉਹ ਇਹਦੇ ਮੈਂ ਸਹਿਮਤ ਹਾਂ ਦਾ ਅੰਗਰੇਜ਼ੀ ਲਿਖਿਆ ਆਉਂਦਾ ਹੈ। ਤੁਸੀਂ ਜੇ ਧਿਆਨ ਨਾਲ ਵੇਖੋਗੇ ਕੀ ਤੁਸੀਂ ਆ ਕਦੇ ਵਰਤਦੇ ਹੋ ਆਈ ਐਮ ਐਗਰੀ? ਜੀ ਬਿਲਕੁਲ ਇਹ ਨਹੀਂ ਵਰਤਿਆ ਜਾਂਦਾ। ਆਈ ਐਮ ਐਗਰੀ, ਐਮ ਦੀ ਵਰਤੋਂ ਨਹੀਂ ਕੀਤੀ ਜਾਂਦੀ। ਅਤੇ ਜੇ ਮੈਂ ਸਹਿਮਤ ਹਾਂ ਦਾ ਅੰਗਰੇਜ਼ੀ ਉਚਾਰਨ ਕਰਨਾ ਹੈ ਤਾਂ ਆਪਾਂ ਬੋਲਾਂਗੇ ਸਿਰਫ ਆਈ ਐਗਰੀ। ਸਹੀ ਉਚਾਰਨ ਕੀ ਹੈ? ਆਈ ਐਗਰੀ। ਕਾਰਨ ਕਿਉਂਕਿ ਜਿਹੜੇ ਐਗਰੀ ਉਹਦਾ ਖੁਦ ਹੀ ਮਤਲਬ ਹੈ ਸਹਿਮਤ ਹੋਣਾ। ਜੇ ਉਹ ਮਤਲਬ ਦੇ ਵਿੱਚ ਹੀ ਸਾਰੀ ਲਾਈਨ ਛੁਪੀ ਹੋਈ ਤਾਂ ਫਿਰ ਆਪਾਂ ਨੂੰ ਐਮ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ। ਸੋ ਮੈਂ ਸਹਿਮਤ ਹਾਂ। ਆਮ ਤੌਰ 'ਤੇ ਤੁਸੀਂ ਜਿਹੜੇ ਐਗਰੀਮੈਂਟ ਆਪਣੇ ਮੋਬਾਈਲ 'ਤੇ ਜਦੋਂ ਕੋਈ ਸੋਫਟਵੇਅਰ ਡਾਊਨਲੋਡ ਕਰਦੇ ਉਹਦੇ 'ਚ ਆਉਂਦਾ ਹੈ ਆਈ ਐਗਰੀ, ਨਾ ਕਿ ਆਈ ਐਮ ਐਗਰੀ ਲਿਖਿਆ ਹੁੰਦਾ ਹੈ। ਸੋ ਆਪਾਂ ਮੈਂ ਸਹਿਮਤ ਹਾਂ ਤਾਂ ਬੋਲਾਂਗੇ ਆਈ ਐਗਰੀ। ਤੀਜਾ ਵਾਕ ਜਿਸ 'ਤੇ ਉਚਾਰਨ ਵੇਲੇ ਜ਼ਿਆਦਾਤਰ ਗਲਤੀ ਉਹ ਹੈ ਉਹ ਤੈਰਨਾ ਨਹੀਂ ਜਾਣਦਾ। ਉਹ ਤੈਰਨਾ ਨਹੀਂ ਜਾਣਦਾ। ਹੀ ਡਜ਼ ਨਾਟ ਨੋ ਟੂ ਸਵਿਮ। ਕੀ ਇਹ ਠੀਕ ਹੈ? ਨਹੀਂ ਬੱਚੋ, ਇਹ ਵਾਕ ਵੀ ਗਲਤ ਹੈ। ਇੱਥੇ ਟੂ ਦੀ ਵਰਤੋਂ ਦੀ ਜਗ੍ਹਾ ਆਪਾਂ ਕੀ ਵਰਤਾਂਗੇ? ਹੀ ਡਜ਼ ਨਾਟ ਨੋ ਹਾਊ ਟੂ ਸਵਿਮ। ਇੱਥੇ ਅਸੀਂ ਵਰਤੋਂ ਕਰਾਂਗੇ ਹਾਊ ਟੂ ਦੀ। ਟੂ ਦੀ ਨਹੀਂ ਕਰਨੀ, ਹਾਊ ਟੂ ਦੀ। ਕਾਰਨ ਹੀ ਡਜ਼ ਨਾਟ ਨੋ ਹਾਊ ਟੂ ਸਵਿਮ। ਇਹ ਕਿਸੇ ਵੀ ਐਕਸ਼ਨ ਨੂੰ ਜਾਣਨ ਲਈ ਜਾਂ ਕੋਈ ਇਹ ਐਕਸ਼ਨ ਨੂੰ ਕਰਨਾ ਆਪਾਂ ਉਹ ਤੋਂ ਬੋਲਣਾ ਉਹ 'ਤੇ ਹਾਊ ਟੂ ਦੀ ਵਰਤੋਂ ਕਰਾਂਗੇ, ਨਾ ਕਿ ਇਕੱਲੇ ਟੂ ਦੀ। ਜਿਸ ਤਰ੍ਹਾਂ ਆਪਾਂ ਜੇ ਕੋਈ ਲੇਡੀਜ਼ ਕੁਕਿੰਗ ਜਾਣਦੀ ਤਾਂ ਆਪਾਂ ਬੋਲਾਂਗੇ ਸ਼ੀ ਕੈਨ ਨੋ ਹਾਊ ਟੂ ਕੁੱਕ। ਕਿਸ ਤਰ੍ਹਾਂ ਬਣਾਉਣਾ ਦਾਲ ਸਬਜ਼ੀ ਜਾਂ ਰੋਟੀ, ਉਹ ਉਹਨੂੰ ਜਾਣਦੀ, ਉਹ ਉਹਦਾ ਐਕਸ਼ਨ ਹੈ। ਉਹਨੂੰ ਬਣਾਉਣ ਵਾ, ਉਹਨੂੰ ਕੰਮ ਨੂੰ ਕਰਨਾ ਜਾਂ ਸਵਿਮ ਕਰਨਾ ਉਹ ਇੱਕ ਐਕਸ਼ਨ ਹੈ। ਅਤੇ ਉੱਥੋਂ ਜਦੋਂ ਕੋਈ ਐਕਸ਼ਨ ਦੇ ਲਫ਼ਜ਼ ਨੂੰ ਸ਼ੋਅ ਕਰਦਾ ਫਿਰ ਆਪਾਂ ਇਕੱਲੇ ਟੂ ਦੀ ਨਹੀਂ ਵਰਤੋਂ ਕਰਾਂਗੇ, ਹਾਊ ਟੂ। ਉਹ ਤੈਰਨਾ ਨਹੀਂ ਜਾਣਦਾ। ਹੀ ਡਜ਼ ਨਾਟ ਨੋ ਹਾਊ ਟੂ ਸਵਿਮ। ਹੁਣ ਚੌਥਾ ਵਾਕ ਜਿਹੜਾ ਆਮ ਤੌਰ 'ਤੇ ਗਲਤ ਉਚਾਰਨ ਉਹ ਹੈ ਸਭ ਨੂੰ ਆਪਣਾ ਹਿੱਸਾ ਮਿਲੂਗਾ। ਆਪਾਂ ਇਹਦਾ ਇੰਗਲਿਸ਼ ਉਚਾਰਨ ਕੀ ਕਰਦੇ ਹਾਂ? ਐਵਰੀਬਾਡੀ ਵਿਲ ਗੈਟ ਔਨ ਸ਼ੇਅਰ, ਜਾਂ ਇਸ ਤਰ੍ਹਾਂ ਵੀ ਕਈ ਜਣੇ ਬੋਲ ਦਿੰਦੇ ਨੇ ਐਵਰੀਬਾਡੀ ਵਿਲ ਗੈਟ ਦੇਅਰ ਸ਼ੇਅਰ। ਇਹ ਦੋਨੋਂ ਵਾਕ ਹੀ ਗਲਤ ਹਨ। ਸਹੀ ਉਚਾਰਨ ਕੀ ਹੈ?
एवरीबॉडी विल गेट हिज शेयर। क्यों? इसका कारण की है? हिज क्यों वरतना ऑन द देयर की बजाय? क्योंकि एवरीबॉडी ਜਾਂ नो बॉडी ये एक सिंगुलर प्रनाउन हैं, इसलिए आप सिंगल चीज़ ही वरतांगे। एवरीबॉडी विल गेट हिज शेयर, सिंगुलर अखर ही वरतांगे। फिर पंजवां वाक, फोन ते कौन है। भाव जो फोन के लाइन ते कौन है, जो आप किसी को पुछना हो तो वो बारे असी कहते हैं हू इज इन द फोन। की है? ठीक है, इत्थे भी यह वाक बिल्कुल ही गलत है। इत्थे इन की वरतों नहीं करांगे, इन की बजाय की कहांगे हू इज ऑन द फोन। भाव इसका कारण इन का मतलब है विच, क्योंकि आप फोन के विच कोई नहीं वड़िया होंदा, तां कि इन की वरतों नहीं करनी। आप फोन की वरतों करनी है ऑन दी ते, मतलब कि फोन ते कौन है। भाव कि फोन की लाइन ते कौन गल कर रहा, और इत्ते आप ऑन की वरतों करांगे, ना कि इन दी। हू इज ऑन द फोन। छेवां वाक जिस आम तौर पर गलत उच्चारण किया जाता, वो मेरे सिर दर्द हो रहा है। आम ही असी वाक वरते हैं। जे इंग्लिश इनू आप किसी बंदे नाल गल कर रहे हो तो उन्होंने की कहांगे? ज़्यादातर असी वरते हैं आई हैव हैडेच। ये कि ठीक है? नहीं, ये भी बिल्कुल गलत है। आप की वरतांगे? आई हैव ए हैडेच। इत्थे हैव की बजाय हैव ए क्यों वरतना है? क्यों वरतना है? क्योंकि हैव ए जो कोई प्रॉब्लम दसनी उदों ए दी यूज़ करना, हैव दे नाल ए लाना जो कोई प्रॉब्लम दसनी, क्योंकि सिर दर्द साडी एक प्रॉब्लम है, इस करके कल्ला हैव नहीं वरतना, उहदे च आपां हैव ए दी वरतों करनी है। प्रॉब्लम दसन वेले कभी भी कल्ले हैव की वरतों नहीं करनी। कोई भी आप दिक्कत की गल कर रहे उहदे च हैव ए जाना है। हुण सतवां वाक, इस बारे तुहानूं मैं जान दे रहा। मैं एक सपना वेख्या। आम तौर पर रात वेले लोग तो कि दिन वेले भी सपने वेखते, तो जे तुसीं किसी नूं अगले दिन जाके अपने सपने बारे गल दसना चाहुंदे हो, पहले जो वाक शुरू करोगे मैं एक सपना वेख्या, तो की कहते ज़्यादातर आई सा ए ड्रीम। ये वाक भी बिल्कुल ही गलत है। आप सा ए दी वरतों नहीं करनी। फिर किस दी वरतों करनी है? आई हैड ए ड्रीम। मैं एक सपना वेख्या, आई हैड ए ड्रीम। क्यों? क्योंकि हैड ए जिहड़ा वो ड्रीम के नाल वरत्या जाता है, क्योंकि सपना हैगा साडा, सपना वेख्या असी, उत्थे सा की वरतों नहीं करनी। सा ए ड्रीम नहीं वरत्या जाता। सो एक कारण तो याद रखना, मैं एक सपना वेख्या, आई हैड ए ड्रीम। अठवां वाक, इसकी उच्चारण भी आम तौर पर आप गलत करते हैं। उसने गलती की, जो किसी ने गलत काम किया है तो आप उस बाद अंग्रेजी च की कहांगे? ही डिड ए मिसटेक। पर बच्चों तुसीं इहनूं वेखोगे ग्रामैटिकली जे आप पढ़ांगे तो ही डिड अ मिसटेक गलत है। आप बोलांगे ही मेड ए मिसटेक। उसने गलती की है, उन्हें बनाई नहीं। ही मेड ए मिसटेक। कारण मेक या मेड वो मिसटेक होंदी है। डिड डू डज मिसटेक नाल नहीं वरत्या जाता। ध्यान रखना है, कोई गलती नाल डिड डू डज नहीं वरतना। जे कोई गलती कर रहा है या गलती बारे दस रहा है तो आप की बोलांगे ही मेक या ही मेड अ मिसटेक। अगला नौवां वाक जिहड़ा, हुण सतवां वाक, इस बारे तुहानूं मैं जान
10ਵਾਂ ਵਾਕ ਸਭ ਤੋਂ ਮਹੱਤਵਪੂਰਨ ਹੈ, ਜਿਹੜਾ ਅਸੀਂ ਆਮ ਹੀ ਗਲਤ ਵਰਤਦੇ ਹਾਂ। ਉਹ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਨੇ, ਉਹ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਿਹਾ ਹੈ, ਅਤੇ ਆਪਾਂ ਕੀ ਵਰਤਦੇ ਹਾਂ, ਜਾਂ ਕਿਸੇ ਨੂੰ ਜਦੋਂ ਮੈਰਿਜ ਐਨੀਵਰਸਰੀ ਦੀ ਵਧਾਈ ਦਿੰਦੇ ਆਪਾਂ ਉਹਨੂੰ ਹੈਪੀ ਮੈਰਿਜ ਐਨੀਵਰਸਰੀ ਹੀ ਲਿਖਦੇ ਹਾਂ। ਜੇ ਆਹ ਵਰ੍ਹੇਗੰਢ ਮਨਾ ਰਿਹਾ ਤਾਂ ਫਿਰ ਕੀ ਲਿਖਾਂਗੇ? ਹੀ ਇਜ਼ ਸੈਲੀਬ੍ਰੇਟਿੰਗ ਹਿਜ ਮੈਰਿਜ ਐਨੀਵਰਸਰੀ। ਅਸੀਂ ਕੀ ਬੋਲਦੇ ਹਾਂ ਜੇ ਕਹਾਂਗੇ ਉਹ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਿਹਾ ਹੈ, ਅਤੇ ਅਸੀਂ ਬੋਲਦੇ ਹਾਂ ਹੀ ਇਜ਼ ਸੈਲੀਬ੍ਰੇਟਿੰਗ ਹਿਜ ਮੈਰਿਜ ਐਨੀਵਰਸਰੀ। ਬੱਚੋ ਇਹ ਵੀ ਬਿਲਕੁਲ ਹੀ ਗਲਤ ਹੈ। ਤੁਸੀਂ ਹੈਰਾਨ ਹੋਗੇ ਕਿ ਮੈਰਿਜ ਐਨੀਵਰਸਰੀ ਨੂੰ ਮੈਰਿਜ ਐਨੀਵਰਸਰੀ ਕਿਉਂ ਨਹੀਂ ਬੋਲ ਰਹੇ। ਫਿਰ ਅਸੀਂ ਕਿਹੜਾ ਲਫ਼ਜ਼ ਵਰਤਾਂਗੇ? ਅਸੀਂ ਇੱਥੇ ਲਫ਼ਜ਼ ਵਰਤਾਂਗੇ ਹੀ ਇਜ਼ ਸੈਲੀਬ੍ਰੇਟਿੰਗ ਹਿਜ ਵੈਡਿੰਗ ਐਨੀਵਰਸਰੀ। ਮੈਰਿਜ ਦੀ ਜਗ੍ਹਾ ਵੈਡਿੰਗ ਵਰਤਣਾ ਹੈ ਆਪਾਂ, ਵੈਡਿੰਗ ਐਨੀਵਰਸਰੀ। ਵੈਡਿੰਗ ਐਨੀਵਰਸਰੀ ਕਿਉਂ ਵਰਤਣਾ ਹੈ? ਕਿਉਂਕਿ ਮੈਰਿਜ ਜਿਹੜਾ ਹੁੰਦਾ ਇੱਕ ਵਿਆਹ ਹੁੰਦਾ ਹੈ ਇਕੱਲਾ, ਪਰ ਜਿਹੜੀ ਵੈਡਿੰਗ ਹੁੰਦੀ ਇੱਕ ਵਿਆਹ ਸਮਾਗਮ ਹੁੰਦਾ ਹੈ। ਜਿਹੜਾ ਸਮਾਗਮ ਜਿਹਦੇ 'ਚ ਆਪਾਂ ਲੋਕਾਂ ਨੂੰ ਸੱਦਦੇ ਆ, ਉੱਥੇ ਵੱਖ ਵੱਖ ਕਾਰਜ ਵਿਹਾਰ ਕਰਦੇ, ਉੱਥੇ ਖਾਣਾ ਖਵਾਇਆ ਜਾਂਦਾ ਹੈ, ਲੋਕ ਭੰਗੜਾ ਵੀ ਪਾਉਂਦੇ ਆ, ਹੋਰ ਮਿਲਣੀਆਂ ਕੀਤੀ ਜਾਂਦੀਆਂ, ਉੱਥੇ ਆਨੰਦ ਕਾਰਜ ਹੁੰਦਾ ਜਾਂ ਆਪਣੇ ਧਾਰਮਿਕ ਰਸਮਾਂ ਦੇ ਮੁਤਾਬਿਕ ਜਿਹੜੇ ਵਿਆਹ ਦੇ ਵਿੱਚ ਕੀਤੀਆਂ ਜਾਂਦੀਆਂ ਉਹ ਸਾਰੀ ਰਸਮਾਂ ਉੱਥੇ ਕੀਤੀਆਂ ਜਾਂਦੀਆਂ। ਉਹਨੇ ਇੱਕ ਪੂਰਾ ਦਾ ਪੂਰਾ ਸਮਾਗਮ ਹੁੰਦਾ, ਟੈਂਟ ਲੱਗਾ ਹੁੰਦਾ, ਹਲਵਾਈ ਬੈਠੇ ਹੁੰਦੇ ਆ, ਉਹਨੂੰ ਅਸੀਂ ਸਮਾਗਮ ਕਹਿੰਦੇ। ਅਸੀਂ ਜਦੋਂ ਸੈਲੀਬ੍ਰੇਟ ਕਰਨਾ ਹੈ ਉਹ ਵਿਆਹ ਸਮਾਗਮ ਜਾਂ ਵੈਡਿੰਗ ਐਨੀਵਰਸਰੀ ਅਸੀਂ ਸੈਲੀਬ੍ਰੇਟ ਕਰਨੀ ਹੈ, ਨਾ ਕਿ ਵਿਆਹ। ਵਿਆਹ ਇੱਕ ਸਮਾਗਮ ਦਾ ਰਿਜ਼ਲਟ ਹੈ ਕਿ ਉੱਥੇ ਇੱਕ ਜੋੜੇ ਦਾ ਵਿਆਹ ਹੋ ਰਿਹਾ, ਪਰ ਉਹਦਾ ਸਮਾਗਮ ਜਿਹੜਾ ਮਨਾ ਰਹੇ ਉਹਨੂੰ ਅਸੀਂ ਵੈਡਿੰਗ ਐਨੀਵਰਸਰੀ ਹੀ ਕਹਾਂਗੇ। ਸੋ ਬੱਚੋ, ਇਸ ਦੇ ਵਿੱਚ ਆਪਾਂ ਮੈਰਿਜ ਇੱਕ ਵੈਡਿੰਗ ਦਾ ਰਿਜ਼ਲਟ ਹੈ, ਪਰ ਮੈਰਿਜ ਜਿਹੜੀ ਵੈਡਿੰਗ ਦੇ ਉੱਤੇ ਹੁੰਦੀ ਹੈ, ਇਸ ਲਈ ਵੈਡਿੰਗ ਐਨੀਵਰਸਰੀ ਹੀ ਲਫ਼ਜ਼ ਵਰਤਣੀ ਹੈ। ਇਸ ਭਾਗ 'ਚ ਸਿਰਫ ਅਜੇ 10 ਵਾਕ ਹੀ ਤੁਹਾਨੂੰ ਸੁਣਾ ਰਿਹਾ। ਅਗਲੇ ਭਾਗ ਵਿੱਚ ਅਗਲੇ 10 ਵਾਕ ਤੁਹਾਨੂੰ ਹੋਰ ਦੱਸਾਂਗਾ। ਇਸ ਲਈ ਉਹਨਾਂ ਵਾਕਾਂ ਨੂੰ ਸਮੇਂ ਸਿਰ ਪ੍ਰਾਪਤ ਕਰਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਇਸ ਦਾ ਬੈਲ ਆਈਕਨ ਬਟਨ ਜ਼ਰੂਰ ਦਬੋ ਤਾਂ ਜੋ ਨਵੀਂ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਾਪਤ ਹੋ ਸਕੇ। ਧੰਨਵਾਦ।